ਦੋਸਤੋ ਪਿਛਲੇ ਦਸ਼ਕਾਂ ਦੌਰਾਨ ਜਿਸ ਕਦਰ ਇੰਟਰਨੈਟ ਦੀ ਵਰਤੋਂ ਇੰਡੀਆ ਦੇ ਵਿੱਚ ਵਧੀ ਹੈ, ਹਰ ਪਲ ਬਹੁਤ ਸਾਰਾ ਡਾਟਾ ਜਨਰੇਟ ਹੋ ਰਿਹਾ ਹੈ ਔਰ ਇਹ ਡੇਟਾ ਜਨਰੇਟ ਤਾਂ ਹੋ ਰਿਹਾ ਹੈ, ਪਰ ਇਸ ਡੇਟਾ ਦੀ ਸਿਕਿਉਰਿਟੀ ਵਾਸਤੇ ਸਾਡੇ ਕੋਲ ਕੋਈ ਪ੍ਰੋਪਰ ਚੈਨਲ ਨਹੀਂ ਹੈ, ਕੋਈ ਪ੍ਰੋਪਰ ਸਿਕਿਉਰਿਟੀ ਸਿਸਟਮ ਨਹੀਂ। ਤੁਸੀਂ ਆਪ ਸੋਚੋ ਕਿ ਜੋ ਪਿਛਲੇ ਸਮੇਂ ਦੌਰਾਨ ਜਿਹੜੀ ਦੇਸ਼ ਨੇ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ ਕਿ ਉਹਨਾਂ ਕੋਲ ਕਿੰਨੇ ਆਇਲ ਰਿਜ਼ਰਵਸ ਨੇ, ਪਰ ਇਨ ਦ ਕਮਿੰਗ ਫਿਊਚਰ ਹੁਣ ਇਹ ਅੰਦਾਜ਼ਾ ਲਗਾਇਆ ਜਾਏਗਾ ਕਿ ਕਿਸ ਕੰਟਰੀ ਕੋਲ ਕਿੰਨਾ ਜ਼ਿਆਦਾ ਡੇਟਾ ਜਿਹੜਾ ਹੈ ਉਹ ਸਿਕਿਉਰ ਹੈ। ਸੋ ਡੇਟਾ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਆਇਲ ਦਾ ਕੰਮ ਕਰਨ ਵਾਲਾ ਹੈ। ਹੁਣ ਇਹ ਇੱਕ ਤਜਵੀਜ਼ ਕੀਤੀ ਜਾ ਰਹੀ ਹੈ ਕਿ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਜਿਹੜਾ ਉਹ ਪਾਸ ਕੀਤਾ ਜਾਵੇ। ਇਸ ਨੂੰ ਲੈ ਕੇ ਪਿਛਲੇ 2.5-3 ਸਾਲ ਤੋਂ ਡਿਬੇਟਸ ਚੱਲ ਰਹੀਆਂ ਸਨ। ਪ੍ਰਾਈਵੇਸੀ ਲਾਅ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਕੀ ਹੈ ਪ੍ਰਾਈਵੇਸੀ ਲਾਅ? ਆਰਟੀਕਲ 35 ਕੀ ਹੈ? ਇਹ तमाम ਗੱਲਾਂ ਬਾਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਮੈਂ ਹਾਂ ਗੁਰਨੀਤ ਔਰ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਪ੍ਰੋਗਰਾਮ ਟੂ ਦੀ ਪੁਆਇੰਟ ਅਨਮਿਊਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਹਾਰਦਿਕ ਸਵਾਗਤ ਹੈ। ਦਰਅਸਲ 2019 ਦੇ ਵਿੱਚ ਇਹ ਤਜਵੀਜ਼ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਫਿਰ ਇਸ ਨੂੰ ਪਾਰਲੀਮੈਂਟਰੀ ਕਮੇਟੀ ਕੋਲ, ਜੁਆਇੰਟ ਪਾਰਲੀਮੈਂਟਰੀ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ। ਨਾਰਮਲੀ ਕੀ ਹੁੰਦਾ ਹੈ ਕਿ ਕੈਬਨਿਟ ਤੋਂ ਬਿੱਲ ਪਾਸ ਕਰਵਾ ਕੇ ਫਿਰ ਇਸ ਨੂੰ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਔਰ ਜਦੋਂ ਦੋਨੋਂ ਸਦਨ, ਲੋਕ ਸਭਾ ਤੇ ਰਾਜ ਸਭਾ ਤੋਂ ਹੀ ਬਿੱਲ ਪਾਸ ਹੁੰਦਾ ਹੈ, ਉਸ ਤੋਂ ਬਾਅਦ ਪ੍ਰੈਜ਼ੀਡੈਂਟ ਦੇ ਸਿਗਨੇਚਰਸ ਤੋਂ ਬਾਅਦ ਫਾਈਨਲੀ ਲਾਅ ਦੀ ਸ਼ਕਲ ਇਖਤਿਆਰ ਕਰ ਲੈਂਦਾ ਹੈ। ਪਰ ਕਈ ਵਾਰੀ ਕਿਸੇ ਖਾਸ ਕਿਸਮ ਦੇ ਬਿਲਸ ਉੱਤੇ ਪ੍ਰੋਪਰ ਪੈਨਲ ਡਿਸਕਸ਼ਨਸ ਦੀ ਜ਼ਰੂਰਤ ਸਮਝੀ ਜਾਂਦੀ ਹੈ, ਜਿਸ ਕਰਕੇ JPC ਯਾਨੀ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਦੇ ਕੋਲ ਬਿਲਸ ਨੂੰ ਭੇਜਿਆ ਜਾਂਦਾ ਹੈ ਔਰ ਪਰਸਨਲ ਡਾਟਾ ਸਿਕਿਉਰਿਟੀ ਬਿੱਲ ਦੇ ਨਾਲ ਵੀ ਇਸੇ ਕਦਰ ਹੋਇਆ। ਦਰਅਸਲ ਇਸ ਤੋਂ ਪਹਿਲਾਂ 2017 ਦੇ ਵਿੱਚ ਇੱਕ ਕੇਸ ਸੁਪਰੀਮ ਕੋਰਟ ਦੇ ਵਿੱਚ, ਜੇਕਰ ਤੁਹਾਨੂੰ ਯਾਦ ਹੋਵੇ, ਉਹ ਆਇਆ ਸੀ। ਉਹ ਕੇਸ ਸੀ ਪੀ ਸਵਾਮੀ ਵਰਸਸ ਯੂਨੀਅਨ ਆਫ ਇੰਡੀਆ ਕੇਸ, ਜਿਸ ਦੇ ਤਹਿਤ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਸੀ ਕਿ ਜੋ ਪਰਸਨਲ ਡੇਟਾ ਹੈ ਇੱਕ ਫੰਡਾਮੈਂਟਲ ਰਾਈਟ ਹੋਣਾ ਚਾਹੀਦਾ ਹੈ, ਤੁਹਾਡਾ ਮੌਲਿਕ ਅਧਿਕਾਰ ਹੋਣਾ ਚਾਹੀਦਾ ਹੈ, ਜਿਸ ਦੇ ਚਲਦਿਆਂ ਫਿਰ ਸਰਕਾਰ ਨੂੰ ਇਸ ਉੱਤੇ ਐਕਸ਼ਨ ਲੈਣਾ ਪਿਆ ਤੇ ਇਸ ਨੂੰ ਬਿੱਲ ਜਿਹੜਾ ਹੈ ਉਹ ਬਣਾਉਣਾ ਪਿਆ ਔਰ ਬਿੱਲ ਪਾਸ ਕਰਨਾ ਪਿਆ। ਫਾਈਨਲੀ ਬਹੁਤ ਸਾਰੀਆਂ ਮੋਡੀਫਿਕੇਸ਼ਨਸ ਦੇ ਨਾਲ ਇਸ ਬਿੱਲ ਨੂੰ ਇੱਕ ਲਾਅ ਦੀ ਸ਼ਕਲ ਦੇ ਦਿੱਤੀ ਜਾਏਗੀ। JPC ਨੇ ਜਿਹੜੀਆਂ ਕੁਝ ਕੀ ਫੈਕਟਰਸ ਮੈਂਸ਼ਨ ਕੀਤੇ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਹਾਂ। ਫਸਟ ਇਹ ਹੈ ਕਿ ਹਰ ਬੰਦਾ ਆਪਣੇ ਆਪ ਦੇ ਵਿੱਚ ਬਹੁਤ ਸਾਰਾ ਡੇਟਾ ਜਨਰੇਟ ਕਰ ਰਿਹਾ ਹੈ, ਸਪੀਡੀ ਡਾਟਾ ਜਨਰੇਸ਼ਨ ਹੋ ਰਹੀ ਹੈ। ਸੋ ਇਸ ਤੋਂ ਪਹਿਲਾਂ ਜਦੋਂ 2019 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ, ਉਦੋਂ ਇਹ ਸਿਰਫ ਪਰਸਨਲ ਡਾਟਾ ਬਿੱਲ ਸੀ, ਜਿਸ ਦੇ ਵਿੱਚ ਸੈਕਸ਼ੂਅਲ ਓਰੀਐਂਟੇਸ਼ਨ ਦੀ ਗੱਲ ਸੀ ਜਾਂ ਪਰਸਨਲ ਤੁਹਾਡਾ ਰਿਲੀਜਨ ਕੀ ਹੈ, ਤੁਹਾਡੇ ਟੇਸਟ ਐਂਡ ਪ੍ਰੈਫਰੈਂਸਿਸ ਕੀ ਹੈ, ਯਾਨੀ ਕਿ ਜੋ ਪਰਸਨਲ ਚੀਜ਼ਾਂ ਨੇ, ਪਰਸਨਲ ਡੇਟਾ ਹੀ ਉਸ ਵਿੱਚ ਇਨਕਲੂਡ ਕੀਤਾ ਜਾਣਾ ਸੀ। ਪਰ ਇਸ ਬਿੱਲ ਦੇ ਵਿੱਚ ਜਿਹੜਾ ਹੁਣ ਪ੍ਰਾਈਵੇਸੀ ਐਕਟ ਹੋਏਗਾ, ਇਸ ਦੇ ਵਿੱਚ ਪਰਸਨਲ ਪਲੱਸ ਨਾਨ ਪਰਸਨਲ ਡੇਟਾ ਦੋਨਾਂ ਦੀ ਹੀ ਗੱਲ ਕੀਤੀ ਜਾਏਗੀ। ਦੂਸਰਾ ਕੀ ਫੈਕਟਰ ਇਹ ਹੈ ਕਿ ਉਹਨਾਂ ਨੇ ਜਦੋਂ ਫਾਈਨਲ ਡਰਾਫਟ ਤਿਆਰ ਕੀਤਾ ਹੈ ਤੇ ਉਸ ਦੇ ਵਿੱਚ ਇਹ ਮੈਂਸ਼ਨ ਕੀਤਾ ਹੈ ਕਿ ਜਿਹੜੀਆਂ ਕੰਪਨੀਜ਼ ਚਿਲਡਰਨ ਬੇਸਡ ਡੇਟਾ ਦੇ ਨਾਲ ਡੀਲ ਕਰ ਰਹੀਆਂ ਨੇ, ਯਾਨੀ ਕਿ ਬੱਚਿਆਂ ਨਾਲ ਸੰਬੰਧਿਤ ਕੋਈ ਡੇਟਾ ਅਪਲੋਡ ਕਰ ਰਹੀਆਂ ਨੇ, ਉਹਨਾਂ ਨੂੰ ਖਾਸ ਕਰ ਡੇਟਾ ਪ੍ਰੋਟੈਕਸ਼ਨ ਅਥਾਰਟੀਜ਼ ਦੇ ਨਾਲ ਰਜਿਸਟਰ ਹੋਣਾ ਪਏਗਾ। ਥਰਡ ਕੀ ਪੁਆਇੰਟ ਜੋ ਇਸ ਵਿੱਚ ਮੈਂਸ਼ਨ ਕੀਤਾ ਗਿਆ ਹੈ, ਉਸ ਮੁਤਲਕ ਜੋ ਸੋਸ਼ਲ ਮੀਡੀਆ ਕੰਪਨੀਜ਼ ਨੇ, ਬੇਸ਼ੱਕ ਉਹ ਫੇਸਬੁੱਕ ਹੈ, ਟਵਿੱਟਰ ਹੈ ਜਾਂ YouTube ਹੈ, ਜੋ ਪਬਲਿਸ਼ਰ ਦਾ ਕੰਮ ਕਰਦੀਆਂ ਨੇ, ਉਹ ਡੇ ਟੂ ਡੇ ਔਰ ਟਾਈਮ ਟੂ ਟਾਈਮ ਆਪਣਾ ਡੇਟਾ ਅਪਲੋਡ ਕਰਦੀਆਂ ਰਹਿੰਦੀਆਂ ਨੇ ਔਰ ਅਸੀਂ ਲੋਕ ਉਹਨਾਂ ਨੂੰ ਦੇਖਦੇ ਹਾਂ। ਤਾਂ ਉਹਨਾਂ ਦੇ ਵਿੱਚ ਜੋ ਵੀ ਖਰਾਬੀਆਂ ਨੇ ਜਾਂ ਜੋ ਬੰਦਾ ਕੋਈ ਗਲਤ ਚੀਜ਼ ਅਪਲੋਡ ਕਰ ਰਿਹਾ ਹੈ, ਤਾਂ ਸੋਸ਼ਲ ਮੀਡੀਆ ਕੰਪਨੀਜ਼ ਖੁਦ ਉਸ ਦੀ ਅਕਾਊਂਟੇਬਿਲਿਟੀ ਰੱਖਣ। ਉਦਾਹਰਨ ਦੇ ਤੌਰ ਤੇ ਜੇਕਰ ਟਵਿੱਟਰ ਉੱਤੇ ਕਿਸੇ ਨੇ ਕੁਝ ਗਲਤ ਲਿਖ ਕੇ ਪੋਸਟ ਕੀਤਾ ਹੈ ਤਾਂ ਟਵਿੱਟਰ ਉਸ ਨੂੰ ਡਿਲੀਟ ਕਰੇ, ਯਾਨੀ ਕਿ ਉਸ ਦਾ ਕੰਟਰੋਲ ਜਿਹੜਾ ਹੈ ਉਹ ਖੁਦ ਰੱਖੇ। ਔਰ ਇਸ ਦੇ ਨਾਲ ਇਹ ਵੀ ਮੈਂਸ਼ਨ ਕੀਤਾ ਹੈ ਕਿ ਕੋਈ ਵੀ ਸੋਸ਼ਲ ਮੀਡੀਆ ਕੰਪਨੀ ਜਿਸ ਦਾ ਇੱਥੇ ਸਬ ਆਫਿਸ ਆਪਰੇਟ ਕਰਨ ਵਾਸਤੇ ਇੰਡੀਆ ਦੇ ਵਿੱਚ ਨਹੀਂ ਹੈ, ਉਦੋਂ ਤੱਕ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਕਿ ਉਹ ਡੇਟਾ ਅਪਲੋਡ ਕਰ ਸਕੇ।